ਜੀ ਨੂੰ ਸਤਿ ਸ੍ਰੀ ਅਕਾਲ ਬੱਚੋ। ਅੱਜ ਅਸੀਂ ਕਰ ਰਹੇ ਹਾਂ ਜਮਾਤ 10ਵੀਂ ਦੇ ਵਿੱਚੋਂ ਪੁਸਤਕ ਹੈ ਸਾਹਿਤਕ ਕਿਰਨਾਂ ਭਾਗ 2। ਸਾਹਿਤਕ ਕਿਰਨਾਂ ਭਾਗ ਦੂਜਾ ਦੇ ਵਿੱਚੋਂ ਅਸੀਂ ਅੱਜ ਕਰ ਰਹੇ ਹਾਂ ਵਾਰਤਕ ਭਾਗ, ਜਿਹਦੇ ਵਿੱਚ ਅਸੀਂ ਤਜਿੰਦਰ ਕੌਰ ਜੀ ਦੀ ਰਚਨਾ ਲੇਖ ਹੈ ਪੰਜਾਬ ਦੇ ਲੋਕ ਗੀਤ। ਪੰਜਾਬ ਦੇ ਲੋਕ ਗੀਤ ਅੱਜ ਸਾਡਾ ਲੇਖ ਰਚਨਾ ਹੈ, ਜਿਹਦੇ ਬਾਰੇ ਅਸੀਂ ਪੜ੍ਹ ਰਹੇ ਹਾਂ। ਇਸ ਵਿੱਚ ਲੇਖਿਕਾ ਨੇ ਪੰਜਾਬੀ ਲੋਕ ਗੀਤਾਂ ਦੇ ਮਹੱਤਵ, ਇਹਨਾਂ ਦੀ ਉਤਪੱਤੀ ਅਤੇ ਇਹਨਾਂ ਦੇ ਪੰਜਾਬੀ ਜੀਵਨ ਦੇ ਭਿੰਨ ਭਿੰਨ ਪੱਖਾਂ ਨਾਲ ਸੰਬੰਧਿਤ ਹੋਣ ਸੰਬੰਧੀ ਜਾਣਕਾਰੀ ਉਦਾਹਰਨਾਂ ਸਹਿਤ ਦਿੱਤੀ ਹੈ। ਅਤੇ ਨਾਲ ਹੀ ਲੇਖਿਕਾ ਨੇ ਪੰਜਾਬੀ ਲੋਕ ਗੀਤਾਂ ਦੀ ਵਡਮੁੱਲੀ ਵਿਰਾਸਤ ਨੂੰ ਸੰਭਾਲਣ ਦੀ ਤਾਕੀਦ ਵੀ ਕੀਤੀ ਹੈ। ਅਸੀਂ ਇਸ ਦਾ ਲੇਖ ਦਾ ਸਾਰ ਵੀ ਕਰ ਰਹੇ ਹਾਂ। ਸਾਡੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੱਚਿਓ, ਤਾਂ ਕਿ ਅੱਗੇ ਤੋਂ ਆਉਣ ਵਾਲੀ ਵੀਡੀਓ ਤੁਹਾਨੂੰ ਸਿੱਧਾ ਮਿਲ ਸਕਣ ਅਤੇ ਹੋਰ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ। ਅੱਜ ਅਸੀਂ ਕਰ ਰਹੇ ਹਾਂ ਪੰਜਾਬ ਦੇ ਲੋਕ ਗੀਤ। ਪੰਜਾਬ ਦੇ ਲੋਕ ਗੀਤ ਲੋਕਾਂ ਦੇ ਦਿਲਾਂ ਵਿੱਚੋਂ ਆਪ ਮੁਹਾਰੇ ਫੁੱਟਦੇ ਹਨ। ਇਹਨਾਂ ਵਿੱਚ ਲੋਕਾਂ ਦੀਆਂ ਖੁਸ਼ੀਆਂ, ਚਾਵਾਂ ਅਤੇ ਦਰਦ ਵਿਛੋੜਿਆਂ ਦਾ ਸੱਚਾ ਸੁੱਚਾ ਪ੍ਰਗਟਾਵਾ ਹੁੰਦਾ ਹੈ। ਪੰਜਾਬ ਲੋਕ ਗੀਤਾਂ ਦੀ ਧਰਤੀ ਹੈ। ਪੰਜਾਬ ਦੇ ਹਰ ਵਾਸੀ ਦਾ ਜੀਵਨ ਜਨਮ ਤੋਂ ਲੈ ਕੇ ਜਵਾਨ ਹੋਣ, ਵਿਆਹੇ ਜਾਣ, ਗ੍ਰਸਤੀ ਜੀਵਨ ਭੋਗਣ ਅਤੇ ਅੰਤ ਮਰਨ ਤੱਕ ਗੀਤਾਂ ਵਿੱਚ ਹੀ ਬੀਤਦਾ ਹੈ। ਲੋਕ ਗੀਤ ਸੱਭਿਆਚਾਰ ਦਾ ਪ੍ਰਕਾਸ਼ ਹੁੰਦੇ ਹਨ। ਇਹਨਾਂ ਵਿੱਚੋਂ ਸਾਹਿਤ ਦੇ ਹੋਰ ਸਭ ਰੂਪਾਂ ਤੋਂ ਵੱਧ ਸੱਭਿਆਚਾਰ ਦੀ ਝਲਕ ਮਿਲਦੀ ਹੈ। ਇਹਨਾਂ ਦੀ ਸਿਰਜਣਾ ਪਿੱਛੋਂ ਸਮੁੱਚੀ ਜਾਤੀ ਜਾਂ ਅਨੁਭਵ ਕਾਰਜਸ਼ੀਲਤਾ ਹੁੰਦੇ ਹਨ। ਇਹ ਆਮ ਸਿੱਧੇ ਸਾਦੇ ਲੋਕਾਂ ਦੇ ਭਾਵਾਂ ਅਤੇ ਸੁੱਤੇ ਸਿੱਧ ਪ੍ਰਗਟਾਵੇ ਹੁੰਦੇ ਹਨ। ਜਰਾ ਦੇਖੋ, ਨਾ ਮੈਂ ਮਿਲਣੇ ਪੜ੍ਹੀ ਗੁਰਮੁਖੀ, ਨਾ ਬੈਠੀ ਸਾ ਡੇਰੇ, ਨਿਤ ਨਵੀਆਂ ਮੈਂ ਜੋੜਾਂ ਬੋਲੀਆਂ, ਬਹਿ ਕੇ ਮੋਟੇ ਨੇਰੇ, ਗੀਤ ਅਗੰਮੀ ਨਿਕਲ ਅੰਦਰੋਂ, ਵਸ ਨਹੀਂ ਕੁਛ ਮੇਰੇ, ਮਿਲਣੇ ਨੱਚਣ ਲੈਣੀ, ਮਿਲਣੇ ਨੱਚ ਲੈਣੀ, ਦੇ ਸ਼ੌਂਕ ਦੇ ਗੇੜੇ। ਤਾਂ ਲੋਕ ਗੀਤ ਮਨੁੱਖ ਦੀ ਸਿਰਜਣਾ ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਪਹਿਲਾ ਪ੍ਰਗਟਾਵਾ ਹੁੰਦਾ ਹੈ। ਪੰਜਾਬ ਵਿੱਚ ਵੱਖ-ਵੱਖ ਖਿੱਤਿਆਂ ਵਿੱਚ ਬਹੁਤ ਸਾਰੇ ਲੋਕ ਗੀਤ ਮਿਲਦੇ ਹਨ। ਇਹ ਸਾਰੇ ਲੋਕ ਗੀਤਾਂ ਵਿੱਚੋਂ ਸਾਨੂੰ ਪੰਜਾਬੀ ਜੀਵਨ ਅਤੇ ਸੱਭਿਆਚਾਰ ਦੀ ਝਲਕ ਮਿਲਦੀ ਹੈ। ਇਹਨਾਂ ਲੋਕ ਗੀਤਾਂ ਨੂੰ ਲਿਖਤੀ ਰੂਪ ਤਾਂ ਪਿਛਲੇ ਕੁਝ ਸਮੇਂ ਵਿੱਚ ਹੀ ਮਿਲਿਆ ਹੈ। ਪਹਿਲਾਂ ਇਹ ਲੋਕਾਂ ਦੇ ਬੁੱਲ੍ਹਾਂ ਉੱਤੇ ਹੀ ਜਿਉਂਦੇ ਰਹੇ। ਇਹਨਾਂ ਵਿੱਚ ਲੋੜੀ ਦੀ ਲੇਹ ਅਤੇ ਰਸ ਮੌਜੂਦ ਹਨ। ਪੰਜਾਬੀ ਗੀਤਾਂ ਦੇ ਵਿਸ਼ਿਆਂ ਦਾ ਘੇਰਾ ਬਹੁਤ ਵਿਸ਼ਾਲ ਹੈ। ਇਹ ਭਿੰਨ ਭਿੰਨ ਰੂਪਾਂ ਵਿੱਚ ਮਿਲਦੇ ਹਨ, ਜਿਵੇਂ ਲੋਰੀਆਂ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪੇ, ਬੋਲੀਆਂ, ਮਾਹੀਆ, ਢੋਲਾ, ਅਲਾਹੁਣੀਆਂ, ਵੈਨ, ਛੰਦ, ਪਰਾਗਾ, ਥਾਲ ਅਤੇ ਕਿੱਕਲੀ ਆਦਿ। ਇਹ ਸਭ ਦੇਖਣ ਨੂੰ ਸਾਨੂੰ ਮਿਲਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤਾਂ ਦਾ ਆਰੰਭ ਬੱਚੇ ਦੇ ਜਨਮ ਤੋਂ ਹੀ ਹੋ ਜਾਂਦਾ ਹੈ। ਕੰਮਾਂ ਵਿੱਚ ਰੁੱਝੀ ਹੋਈ ਮਾਂ ਲੋਰੀ ਦੇ ਕੇ ਬੱਚੇ ਨੂੰ ਸਲਾਉਣ ਦਾ ਯਤਨ ਕਰਦੀ ਹੈ। ਜੰਗਲ ਸੁੱਤੇ, ਪਰਬਤ ਸੁੱਤੇ, ਸੁੱਤੇ ਸਭ ਦਰਿਆ, ਅਜੇ ਜਾਗਦਾ ਸਾਡਾ ਕਾਕਾ, ਨੀਂਦੇ ਛੇਤੀ ਛੇਤੀ ਆ। ਕਿੱਕਲੀ, ਥਾਲ, ਢੋਲਾ, ਮਾਹੀਆ, ਬਹੁਤ ਕੁਛ। ਇਸ ਦਾ ਵਿਸ਼ਾਲ ਘੇਰਾ ਬਹੁਤ ਜ਼ਿਆਦਾ ਪੰਜਾਬੀ ਲੋਕ ਗੀਤਾਂ ਦਾ। ਜਦੋਂ ਬੱਚੇ ਜ਼ਰਾ ਵੱਡੇ ਹੋ ਜਾਂਦੇ ਹਨ, ਕਿੱਕਲੀ, ਕੋਰੜਾ, ਛਪਾਕੀ, ਗੁੱਲੀ ਡੰਡਾ, ਖਿੰਦੋ ਖੁੰਡੀ ਅਤੇ ਲੁਕਣ ਮਿੱਟੀ ਖੇਡਾਂ ਆਦਿ ਖੇਡਦੇ ਹਨ। ਕੁੜੀਆਂ ਕਿੱਕਲੀ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ ਕਿ ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਮੁਟਿਆਰਾਂ ਹੋਈਆਂ ਕੁੜੀਆਂ ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਗੀਤ ਗਾਉਂਦੀਆਂ ਹਨ। ਉਹ ਤ੍ਰਿੰਝਣ ਕੱਤਦੀਆਂ ਅਤੇ ਪੀਂਘਾਂ ਝੂਟਦੀਆਂ ਹੋਈਆਂ ਵੀ ਗਾਉਂਦੀਆਂ ਹਨ। ਰਲ ਆਓ ਸਖੀਓ ਨੀ ਸਭੇ ਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਨ ਨੇ, ਪੀਂਘਾਂ ਪਿਪਲੀ ਜਾ ਪਾਈਏ। ਜਵਾਨ ਹੋਏ ਮੁੰਡੇ ਕੁੜੀਆਂ ਵਿਆਹੁਣ ਜੋਗੇ ਹੋ ਜਾਂਦੇ ਹਨ। ਵਿਆਹਾਂ ਦੇ ਕਾਰਜ ਸ਼ੁਰੂ ਹੋਣ 'ਤੇ ਮੁੰਡੇ ਦੇ ਘਰ ਘੋੜੀਆਂ ਅਤੇ ਕੁੜੀ ਦੇ ਘਰ ਸੁਹਾਗ ਗਾਏ ਜਾਂਦੇ ਹਨ। ਬਾਬਲ ਮੇਰਾ ਇੱਕ ਕਹਿਣਾ ਕੀਜੀਏ, ਮੈਨੂੰ ਰਾਮ ਰਤਨ ਵਰ ਦੀਜੀਏ, ਜਾਈਏ ਲੈ ਆਂਦਾ ਵਰ ਟੋਲ ਕੇ, ਜਿਉ ਰੰਗ ਕੁਸੁੰਬੜਾ ਖੋਲ ਕੇ। ਵਿਆਹ ਦਾ ਹਾਸੇ ਠੱਠੀਆਂ ਅਤੇ ਢੋਲ ਢਮੱਕਿਆਂ ਦਾ ਵਾਤਾਵਰਨ ਉਸ ਸਮੇਂ ਕਰੁਣਾਮਈ ਰੂਪ ਧਾਰਨ ਕਰ ਲੈਂਦਾ ਜਦੋਂ ਕੁੜੀ ਸਹੁਰੇ ਘਰ ਤੁਰਦੀ ਹੈ। ਕੁੜੀ ਲਈ ਘਰ-ਬਾਰ ਛੱਡਣਾ ਔਖਾ ਹੋ ਜਾਂਦਾ ਹੈ। ਉਸ ਦਾ ਦਿਲ ਕਰਲਾਉਂਦਾ ਹੈ, ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ। ਵਿਆਹ ਤੋਂ ਮਗਰੋਂ ਕੁੜੀ ਸਹੁਰੇ ਘਰ ਆ ਜਾਂਦੀ ਹੈ, ਜਿੱਥੇ ਸੱਸ ਦੀਆਂ ਤਿੱਖੀਆਂ ਗੱਲਾਂ ਉਸਦੇ ਮਨ ਨੂੰ ਚੁੱਭਦੀਆਂ ਹਨ।
ਸੱਸ ਤੋਂ ਇਲਾਵਾ ਉਸਦਾ ਹੋਰਨਾਂ ਰਿਸ਼ਤਿਆਂ ਦਿਓਰ ਜੇਠ ਜਠਾਣੀ ਅਤੇ ਨਨਾਣ ਨਾਲ ਵੀ ਵਾਹ ਪੈਂਦਾ ਹੈ। ਉਸਦੇ ਦਿਲ ਵਿੱਚੋਂ ਇਹੋ ਜਿਹੇ ਭਾਵ ਵੀ ਨਿਕਲਦੇ ਹਨ। ਕੁਕੜੀ ਉਹ ਲੈਣੀ ਜਿਹੜੀ ਕੁੜਕੁੜ ਕਰਦੀ ਹੈ, ਸਹੁਰੇ ਨਹੀਂ ਜਾਣਾ ਸੱਸ ਬੁੜਬੁੜ ਕਰਦੀ ਹੈ। ਸਹੁਰੇ ਘਰ ਬੈਠੀ ਉਹ ਵੀਰ ਦੀ ਉਡੀਕ ਵੀ ਕਰਦੀ। ਇਸ ਪ੍ਰਕਾਰ ਪੰਜਾਬੀ ਲੋਕ ਗੀਤਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਹਰ ਇੱਕ ਪੱਖ ਦੀ ਝਲਕ ਮਿਲਦੀ ਹੈ। ਅਜੋਕੇ ਭੱਜ ਦੌੜ ਅਤੇ ਤਕਨੋਲੋਜੀ ਦੇ ਜ਼ਮਾਨੇ ਵਿੱਚ ਲੋਕ ਗੀਤਾਂ ਦੇ ਵਿਕਾਸ ਨੂੰ ਠਾਹ ਲੱਗਦੀ ਹੈ। ਅੱਜ ਲੋਕ ਗੀਤਾਂ ਨੂੰ ਫਿਲਮੀ ਗਾਣਿਆਂ ਅਤੇ ਹੋਰਨਾਂ ਗਾਣਿਆਂ ਵਿੱਚ ਮਿਲਾ ਕੇ ਗਾਇਆ ਜਾਣ ਲੱਗਾ, ਪਰੰਤੂ ਸਾਨੂੰ ਆਪਣੀ ਇਸ ਅਮੀਰ ਵਿਰਾਸਤ ਨੂੰ ਸੰਭਾਲ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਇਸ ਦੇ ਕੁਛ ਪ੍ਰਸ਼ਨ ਉੱਤਰ ਹਨ ਬੱਚਿਓ। ਪੰਜਾਬੀ ਲੋਕ ਗੀਤਾਂ ਦਾ ਲੋਕਾਂ ਦੇ ਜੀਵਨ ਨਾਲ ਕੀ ਸੰਬੰਧ ਹੈ? ਲੋਕ ਗੀਤ ਲੋਕਾਂ ਦੇ ਦਿਲਾਂ ਵਿੱਚ ਆਪ ਮੁਹਾਰੇ ਫੁੱਟਦੇ ਹਨ। ਇਹਨਾਂ ਵਿੱਚ ਲੋਕਾਂ ਦੀਆਂ ਖੁਸ਼ੀਆਂ, ਚਾਅ, ਦਰਦ, ਵਿਛੋੜੇ, ਸੱਚਾ ਮੁੱਚਾ ਪ੍ਰਗਟਾਵਾ ਹੁੰਦਾ ਹੈ। ਪੰਜਾਬੀ ਲੋਕ ਗੀਤਾਂ ਦੀ ਧਰਤੀ ਹੈ। ਪੰਜਾਬ ਦੇ ਹਰ ਵਾਸੀ ਦੇ ਜੀਵਨ ਤੋਂ ਲੈ ਕੇ ਮਰਨ ਤੱਕ, ਜੀਵਨ ਤੋਂ ਲੈ ਕੇ ਜਵਾਨ, ਵਿਆਹ ਜਾਣ, ਗ੍ਰਸਤੀ, ਭੋਗਣ, ਮਰਨ ਤੱਕ ਇਹ ਗੀਤਾਂ ਨਾਲ ਹੀ ਬੀਤਦਾ ਹੈ। ਇਹ ਆਮ ਸਿੱਧੇ ਸਾਦੇ ਲੋਕਾਂ ਦੇ ਭਾਵਾਂ ਅਤੇ ਪ੍ਰਗਟਾਵੇ ਨੂੰ ਵੀ ਪੇਸ਼ ਕਰਦੇ ਹਨ। ਪ੍ਰਸ਼ਨ 2 ਹੈ, ਕੰਮਾਂ ਵਿੱਚ ਰੁੱਝੀ ਮਾਂ ਬੱਚੇ ਨੂੰ ਸਲਾਉਣ ਲਈ ਕਿਹਦਾ ਸਹਾਰਾ ਲੈਂਦੀ ਹੈ? ਉਹ ਲੋਕ ਗੀਤਾਂ ਦਾ ਸਹਾਰਾ ਲੈਂਦੀ ਹੈ, ਜਿਸ ਵਿੱਚ ਕਹਿੰਦੀ ਹੈ ਕਿ ਜੰਗਲ ਸੁੱਤੇ ਪਰਵਤ ਸੁੱਤੇ ਸਭ ਦਰਿਆ, ਅਜੇ ਜਾਗਦਾ ਸਾਡਾ ਕਾਕਾ, ਨੀਂਦੇ ਛੇਤੀ ਛੇਤੀ ਆ। ਪ੍ਰਸ਼ਨ 3 ਹੈ, ਕਿੱਕਲੀ ਪਾਉਂਦੀ ਕੁੜੀਆਂ ਆਮ ਕਰਕੇ ਕਿਹੜਾ ਗੀਤ ਗਾਉਂਦੀਆਂ ਹਨ? ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਪ੍ਰਸ਼ਨ 4 ਹੈ, ਮੁਟਿਆਰ ਕੁੜੀਆਂ ਕਿਹੜੇ ਗੀਤ ਗਾਉਂਦੀਆਂ ਹਨ? ਕੋਈ ਇੱਕ ਗੀਤ ਲਿਖਣਾ ਇਹਦੇ ਬਾਰੇ। ਰਲ ਆਓ ਸਖੀਓ ਨੀ ਸਭੇ ਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਨ ਨੀ ਪਿੰਗਾ ਪਿਪਲੇ ਜਾ ਪਾਈਏ। ਪਿਪਲਾਂ ਉੱਤੇ ਪਿੰਗਾ ਪਾਉਣ ਦੀ ਇਸ ਵਿੱਚ ਗੱਲ ਕੀਤੀ ਗਈ ਹੈ। ਸੁਹਾਗ ਦੇ ਕੁਛ ਬੋਲ ਦੱਸਣੇ ਹਨ ਤੁਸੀਂ। ਬਾਬਲ ਮੇਰਾ ਇੱਕ ਕਹਿਣਾ ਕੀਜੀਏ, ਮੈਨੂੰ ਰਾਮ ਰਤਨ ਵਰ ਦੀਜੀਏ, ਜਾਈਏ ਲੈ ਆਂਦਾ ਵਰ ਟੋਲ ਕੇ, ਜੋ ਰੰਗ ਕਸੁੰਬੜਾ ਘੋਲ ਕੇ। ਪ੍ਰਸ਼ਨ 6 ਹੈ, ਕੁੜੀ ਦਾ ਵਿਆਹ ਕਦੋਂ ਕਰੁਣਾਮਈ ਰੂਪ ਧਾਰਨ ਕਰ ਲੈਂਦਾ ਹੈ? ਜਦੋਂ ਵਿਆਹ ਦੇ ਹਾਸੇ, ਠੱਠਿਆਂ ਅਤੇ ਢੋਲ ਢਮਾਕਿਆਂ ਦਾ ਵਾਤਾਵਰਨ ਉਸ ਸਮੇਂ ਕਰੁਣਾਮਈ ਰੂਪ ਧਾਰਨ ਕਰ ਲੈਂਦਾ ਜਦੋਂ ਕੁੜੀ ਸਹੁਰੇ ਘਰ ਤੁਰਦੀ ਹੈ। ਕੁੜੀ ਲਈ ਘਰ-ਬਾਰ ਛੱਡਣਾ ਔਖਾ ਹੋ ਜਾਂਦਾ ਅਤੇ ਉਸਦਾ ਦਿਲ ਕਰਲਾਉਂਦਾ ਹੈ ਅਤੇ ਕਹਿੰਦਾ ਹੈ ਕਿ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ ਬਾਬਲ ਅਸੀਂ ਕਿਹੜੇ ਦੇਸ਼ ਜਾਣਾ। ਪ੍ਰਸ਼ਨ 7 ਹੈ, ਕੁੜੀ ਦੇ ਸਹੁਰੇ ਘਰ ਦੇ ਰਿਸ਼ਤਿਆਂ ਵਿੱਚੋਂ ਉਪਜੇ ਤਣਾਅ ਭਰੇ ਵਾਤਾਵਰਨ ਨਾਲ ਸੰਬੰਧਿਤ ਕੋਈ ਗੀਤ। ਇਸ ਵਿੱਚ ਜਦੋਂ ਕੁੜੀ ਸਹੁਰੇ ਘਰ ਜਾਂਦੀ ਹੈ ਤਾਂ ਸਾਰੇ ਉਸ ਲਈ ਨਵੇਂ ਰਿਸ਼ਤੇ ਹੁੰਦੇ ਹਨ। ਸੱਸ ਤੋਂ ਇਲਾਵਾ ਹੋਰ ਰਿਸ਼ਤੇ ਵੀ ਉਹਨਾਂ ਨਾਲ ਵੀ ਉਸਦਾ ਵਾਹ ਪੈਂਦਾ, ਜੇਠ ਜਠਾਣੀ, ਨਨਾਣ, ਦਿਓਰ, ਸੱਸ, ਅਤੇ ਉਹਦੇ ਭਾਵ ਨਿਕਲਦੇ ਹਨ। ਕੁਕੜੀ ਉਹ ਲੈਣੀ ਜਿਹੜੀ ਕੁੜਕੁੜ ਕਰਦੀ ਹੈ, ਸਹੁਰੇ ਨਹੀਂ ਜਾਣਾ ਸੱਸ ਬੁੜਬੁੜ ਕਰਦੀ ਹੈ। ਪ੍ਰਸ਼ਨ 8 ਹੈ, ਲੋਕ ਗੀਤਾਂ ਦੇ ਵਿਕਾਸ ਵਿੱਚ ਕਿਉਂ ਢਾਹ ਲੱਗੀ ਹੈ? ਅਜੋਕੇ ਭੱਜ ਤੋੜ ਅਤੇ ਤਕਨਾਲੋਜੀ ਦੇ ਜ਼ਮਾਨੇ ਵਿੱਚ ਲੋਕ ਗੀਤਾਂ ਦੇ ਵਿਕਾਸ ਨੂੰ ਢਾਹ ਲੱਗੀ ਹੈ। ਅੱਜ ਲੋਕ ਗੀਤਾਂ ਨੂੰ ਫਿਲਮੀ ਗਾਣਿਆਂ ਅਤੇ ਹੋਰਨਾਂ ਗਾਣਿਆਂ ਵਿੱਚ ਮਿਲਾ ਕੇ ਗਾਇਆ ਜਾਣ ਲੱਗਾ, ਪਰੰਤੂ ਸਾਨੂੰ ਆਪਣੀ ਅਮੀਰ ਵਿਰਾਸਤ ਨੂੰ ਸੰਭਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਨਾ ਹੋਵੇ ਕਿ ਅਸੀਂ ਇਸ ਦੀ ਹੋਂਦ ਹੀ ਖਤਮ ਕਰ ਬੈਠੀਏ। ਪਾਠ ਪੁਸਤਕ ਦੇ ਕੁਛ ਪ੍ਰਸ਼ਨ ਉੱਤਰ ਹਨ ਬੱਚਿਓ ਕਿ ਪੰਜਾਬ ਦੇ ਲੋਕ ਗੀਤ ਲੇਖ ਰਚਨਾ ਹੈ ਤੇਜਿੰਦਰ ਕੌਰ ਦੀ। ਸਾਹਿਤਕ ਕਿਰਨਾਂ ਵਿੱਚ ਉਹਨਾਂ ਦਾ ਲੇਖ ਦਰਜ ਹੈ ਪੰਜਾਬ ਦੇ ਲੋਕ ਗੀਤ। ਲੋਕ ਗੀਤ ਕਿਸ ਨੂੰ ਆਖਦੇ ਹਨ? ਲੋਕ ਗੀਤ ਲੋਕ ਦਿਲਾਂ ਵਿੱਚੋਂ ਆਪ ਮੁਹਾਰੇ ਫੁੱਟ ਪੈਂਦੇ ਹਨ। ਇਹ ਆਮ ਲੋਕਾਂ ਦੀਆਂ ਖੁਸ਼ੀਆਂ, ਚਾਵਾਂ ਅਤੇ ਦਰਦ ਵਿਛੋੜਿਆਂ ਦਾ ਸੱਚਾ ਸੁੱਚਾ ਬਿਆਨ ਹੁੰਦੇ ਹਨ। ਪ੍ਰਸ਼ਨ 4 ਹੈ, ਲੋਕ ਗੀਤਾਂ ਦੀ ਸੱਭਿਆਚਾਰ ਨਾਲ ਕੀ ਸਾਂਝ ਹੈ? ਲੋਕ ਗੀਤ ਸੱਭਿਆਚਾਰ ਦਾ ਪ੍ਰਕਾਸ਼ ਹੁੰਦੇ ਹਨ। ਇਹਨਾਂ ਵਿੱਚੋਂ ਸੰਬੰਧਿਤ ਸੱਭਿਆਚਾਰ ਦੇ ਸਾਰੇ ਪੱਖਾਂ ਦੀ ਬਹੁਰੰਗੀ ਝਾਕੀ ਦੇਖੀ ਜਾ ਸਕਦੀ ਹੈ। ਸੱਭਿਆਚਾਰ ਨਾਲ ਇਹਨਾਂ ਦੀ ਇੰਨੀ ਨੇੜੜੀ ਸਾਂਝ ਕਰਕੇ ਹੀ ਲੋਕ ਗੀਤਾਂ ਵਿੱਚੋਂ ਸੱਭਿਆਚਾਰ, ਕਦਰਾਂ ਕੀਮਤਾਂ ਅਤੇ ਰਸਮਾਂ ਰਲ ਗੱਡ ਹਨ। ਪ੍ਰਸ਼ਨ 5 ਹੈ, ਪੰਜਾਬ ਦੇ ਲੋਕ ਗੀਤ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਮਿਲਦੇ ਹਨ? ਜਿਵੇਂ ਕਿ ਮਾਝਾ, ਮਾਲਵਾ, ਦੁਆਬਾ, ਪੁਆਧ, ਪੋਠੋਹਾਰ ਅਤੇ ਪਹਾੜੀ ਇਲਾਕੇ ਵਿੱਚ ਮਿਲਦੇ ਹਨ। ਲੋਕ ਗੀਤਾਂ ਦੇ ਰੂਪ ਕਿਹੜੇ ਕਿਹੜੇ ਹਨ? ਲੋਰੀਆਂ, ਘੋੜੀਆਂ, ਸੁਹਾਗ, ਸਿੱਠਣੀਆਂ, ਟੱਪਾ, ਬੋਲੀ, ਮਾਹੀਆ, ਢੋਲਾ, ਅਲਾਹੁਣੀ, ਵੈਨ, ਛੰਦ, ਪਰਾਗਾ, ਥਾਲ ਅਤੇ ਕਿੱਕਲੀ ਆਦਿ ਹਨ। ਪ੍ਰਸ਼ਨ 7 ਹੈ, ਪੰਜਾਬ ਦੇ ਲੋਕ ਗੀਤ ਲੇਖ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਦਾ ਜ਼ਿਕਰ ਆਇਆ ਹੈ? ਇਸ ਲੇਖ ਵਿੱਚ ਖੇਡਾਂ ਦਾ ਜ਼ਿਕਰ ਆਇਆ ਹੈ ਕਿੱਕਲੀ, ਕੋਰਡਾ ਛਪਾਕੀ, ਗੁੱਲੀ ਡੰਡਾ, ਖਿੰਦੋ ਖੁੰਡੀ ਅਤੇ ਲੁਕਣ ਮਿੱਟੀ। ਪ੍ਰਸ਼ਨ 8 ਹੈ, ਮੁਟਿਆਰਾਂ ਕਿਹੋ ਜਿਹੇ ਗੀਤ ਗਾਉਂਦੀਆਂ ਅਤੇ ਕਿਸ ਤਰ੍ਹਾਂ ਦਾ ਜੀਵਨ ਜਿਉਂਦੀਆਂ ਹਨ? ਮੁਟਿਆਰ ਕੁੜੀਆਂ ਦੇ ਗੀਤ ਰੁੱਤਾਂ ਤਿਉਹਾਰਾਂ ਨਾਲ ਸੰਬੰਧਿਤ ਹੁੰਦੇ ਹਨ। ਉਹ ਤ੍ਰਿੰਝਣਾਂ ਪਾਉਂਦੀਆਂ, ਪੀਂਘਾਂ ਝੂਟਦੀਆਂ ਅਤੇ ਮੌਸਮੀ ਤਿਉਹਾਰ ਮਨਾਉਂਦੀਆਂ ਹੋਈਆਂ ਗੀਤ ਗਾਉਂਦੀਆਂ ਹਨ। ਰਲ ਆਓ ਸਖੀਓ ਨੀ ਸਭੇ ਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਨ ਨੀ
ਪਿੰਗਾ ਪਿਪਲੀ ਜਾ ਕੇ ਪਾਈਏ। ਪ੍ਰਸ਼ਨ 9 ਹੈ, ਅੰਤਿਮ ਪ੍ਰਸ਼ਨ ਹੈ, ਵਿਆਹ ਵੇਲੇ ਪਰਿਵਾਰ ਵਿੱਚ ਕੀ ਕੀ ਕੀਤਾ ਜਾਂਦਾ ਹੈ? ਪਾਠ ਦੇ ਆਧਾਰ ਉੱਤੇ ਦੱਸਣਾ ਹੈ। ਜਦੋਂ ਘਰਾਂ ਵਿੱਚ ਵਿਆਹ ਦਾ ਕਾਰਜ ਸ਼ੁਰੂ ਹੁੰਦਾ ਤਾਂ ਕੁੜੀ ਦੇ ਘਰ ਸੁਹਾਗ ਅਤੇ ਮੁੰਡੇ ਦੇ ਘਰ ਘੋੜੀਆਂ ਗਾ ਕੇ ਸ਼ਗਨਾਂ ਦੇ ਕੰਮ ਸ਼ੁਰੂ ਕੀਤੇ ਜਾਂਦੇ ਹਨ। ਸਾਰੇ ਸਾਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ। ਘਰ ਦੀਆਂ ਨੂੰਹਾਂ ਧੀਆਂ ਬੁੜੀਆਂ ਸਭ ਗਿੱਧੇ ਪਾਉਂਦੀਆਂ ਹਨ ਅਤੇ ਖੁਸ਼ੀਆਂ ਮਨਾਉਂਦੀਆਂ ਹਨ। ਪੰਜਾਬ ਦੇ ਲੋਕ ਗੀਤ ਜੋ ਕਿ ਸਾਡੀ ਵਿਰਾਸਤ ਹੈ, ਇਸ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਇਸ ਨੂੰ ਅੱਗੇ ਵੱਲ ਵਧਾਉਣਾ ਚਾਹੀਦਾ ਹੈ। ਧੰਨਵਾਦ। ਆਪ ਸਭ ਦਾ ਦਿਨ ਬਹੁਤ ਸ਼ੁਭ ਹੋਵੇ।